वडभागे हो के आदि गुरु जगत गुरु त्रई काल सतगुरु। धन 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 श्री गुरु नानक देव साहिब जी महाराज जी का पावन पवित्र प्रकाश पुरब दिहाड़ा बहुत ही श्रद्धा भावना आस्था ते सत्कार सहित मना रहे हो। दयानिध स्वामी जगत गुरु श्री गुरु नानक देव साहिब जी महाराज कली काल दे जीवां दे उद्धार वास्ते जीवां दे कल्याण वास्ते इस मात लोक दी धरती ते अवतरत होए। कल के सब दुख निवारण को भव तारण को जग भीतरे आए। जग जीर्ण साधन दूर करे दृढ़ साधन राम है नाम बताए। कली काल दे जीवां दे उधार वास्ते जीवां दे दुखां नूं निवारण वास्ते धन गुरु नानक देव साहिब जी महाराज जी इस मात लोक दी धरती ते आए हन। जगत दे जितने पुराने जीरण दा मतलब हुंदा पुराने साधन सन, अनेक प्रकार दे कर्म कांड सन, उन्हां नूं पासे करके गरीब नवाज जी ने जीवां दे उधार वास्ते वाहिगुरु परमेश्वर दा अमृत नाम जीवां नूं दृढ़ कराया। मात लोक दा की वरतारा सी कि खुद निरंकार अकाल पुरख वाहिगुरु परमेश्वर नूं गुरु नानक रूप धारण करके इस मात लोक विच आउणा पिया। ਉਹਦਾ ਕੁਝ ਟੂਕ ਮਾਤਰ ਵਰਣਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਕੀਤਾ ਹੈ। ਜਨਮ ਸਾਖੀਆਂ 'ਚ ਜ਼ਿਕਰ ਆਉਂਦਾ ਹੈ। ਮਹਾਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਉਸ ਦਾ ਵਰਣਨ ਕੀਤਾ ਹੈ। ਗਿਆਨੀ ਗਿਆਨ ਸਿੰਘ ਜੀ ਜਦੋਂ ਤਵਾਰੀਖ ਗੁਰੂ ਖਾਲਸਾ ਲਿਖਦੇ ਨੇ ਤਾਂ ਉਸ ਦੀ ਭੂਮਿਕਾ ਵਿੱਚ ਬੜੀ ਸੁੰਦਰ ਭੂਮਿਕਾ ਬੰਦੇ ਦੱਸਦੇ ਨੇ ਕਿਉਂ ਆਏ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਗੁਰੂ ਨਾਨਕ ਰੂਪ ਲੈ ਕੇ ਸੰਸਾਰ ਵਿੱਚ। ਕਲ ਹੋਈ ਕੁੱਤੇ ਮੁਹੀ ਖਾਜ ਹੋਆ ਮੁਰਦਾਰ ਗੁਸਾਈ। ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ। ਚੇਲੇ ਸਾਜ ਬਜਾਇਣ ਦੇ ਨੱਚਣ ਗੁਰੂ ਬਹੁਤ ਬਿਦ ਭਾਈ। ਚੇਲੇ ਬੈਠਣ ਘਰਾਂ ਵਿੱਚ ਗੁਰੂ ਉੱਠ ਘਰੇ ਤੇ ਨਾੜੇ ਜਾਈ। ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ। ਇਹੋ ਜਿਹਾ ਵਰਤਾਰਾ ਵਰਤਿਆ ਪਾਪ ਸਬਸ ਜਗ ਮਾਹੀ। ਵਰਤਿਆ ਪਾਪ ਸਬਸ ਜਗ ਮਾਹੀ। ਜਦੋਂ ਕੂੜ ਦੀ ਮੱਸਿਆ ਦੀ ਰਾਤ ਜਿਹਦੇ ਵਿੱਚ ਸੱਚ ਰੂਪੀ ਚੰਦਰਮਾ ਕਿਤੇ ਨਜ਼ਰ ਨਹੀਂ ਸੀ ਆਉਂਦਾ। ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀ ਕਹਿ ਚੜਿਆ। ਝੂਠ ਦੀ ਮੱਸਿਆ ਦੀ ਰਾਤ ਵਿੱਚ ਸੱਚ ਰੂਪੀ ਚੰਦਰਮਾ ਕਿਤੇ ਨਹੀਂ ਸੀ ਦਿਸਦਾ, ਕਿੱਥੇ ਚਲਾ ਗਿਆ। ਤਾਂ ਮਹਾਰਾਜ ਜਗਤ ਗੁਰੂ ਬਾਬਾ ਜੀ ਨੇ ਅੱਜ ਦੇ ਦਿਨ ਸ੍ਰੀ ਨਨਕਾਣਾ ਸਾਹਿਬ ਜੀ ਦੀ ਪਵਿੱਤਰ ਪਾਵਨ ਧਰਤੀ ਤੇ ਜਿਸ ਨੂੰ ਪਹਿਲਾਂ ਰਾਏ ਭੋਏ ਦੀ ਤਲਵੰਡੀ ਕਿਹਾ ਜਾਂਦਾ ਸੀ, ਪਿਤਾ ਕਲਿਆਣ ਦਾਸ ਜੀ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਦੇ ਉਦਰ ਤੋਂ 1526 ਸੰਮਤ ਬਿਕਰਮੀ ਨੂੰ ਕੱਤਕ ਦੀ ਪੂਰਨਮਾਸ਼ੀ ਜਿਹੜਾ ਅੱਜ ਦਾ ਦਿਨ ਹੈ, ਅੰਮ੍ਰਿਤ ਵੇਲੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਪ੍ਰਕਾਸ਼ ਧਾਰਨ ਕੀਤਾ। ਮਹਾਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਮਾਤਾ ਜੀ ਦੇ ਉਦਰ ਵਿੱਚ ਜਦੋਂ ਸਾਹਿਬ ਜੀ ਦਾ ਪਾਵਨ ਸਰੀਰ ਪ੍ਰਵੇਸ਼ ਕੀਤਾ, ਮਾਤਾ ਜੀ ਦੇ ਸਰੀਰ ਤੇ ਭਾਵੇਂ ਕੋਈ ਆਭੂਸ਼ਣ ਨਹੀਂ ਸੀ,
ਪਰ ਬਿਨਾਂ ਆਭੂਸ਼ਣਾਂ ਤੋਂ ਵੀ ਮਾਤਾ ਜੀ ਜਿਸ ਕਮਰੇ ਵਿੱਚ ਜਿਸ ਥਾਂ ਤੇ ਜਾ ਕੇ ਬੈਠਦੇ ਸਨ ਉੱਥੇ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਇਆ ਕਰਦਾ ਸੀ। ਜਿਸ ਵੇਲੇ ਪ੍ਰਕਾਸ਼ ਹੋਇਆ ਵਿਧਾਨ ਸੀ, ਉਸ ਵੇਲੇ ਕੋਈ ਲੋਕ ਰੀਤੀਆਂ ਹੁੰਦੀਆਂ ਜਿਹੜੀਆਂ ਸਮਾਜ ਵਿੱਚ ਚੱਲਦੀਆਂ ਨੇ। 12 ਦੀਵੇ ਕਮਰੇ ਵਿੱਚ ਜਗਾ ਕੇ ਰੱਖੇ ਹੋਏ ਸਨ, ਚਾਰਾਂ ਦਿਸ਼ਾਵਾਂ ਵਿੱਚ, ਕਿ ਕਮਰੇ 'ਚ ਰੌਸ਼ਨੀ ਰਹੇ। ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਹੋਇਆ, ਉਹਨਾਂ 12 ਦੇ 12 ਦੀਵਿਆਂ ਦੀ ਰੌਸ਼ਨੀ ਮੱਧਮ ਪੈ ਗਈ ਮਹਾਰਾਜ ਜੀ ਦੇ ਪ੍ਰਕਾਸ਼ ਦੇ ਸਨਮੁਖ। ਦਾਈ ਦੌਲਤਾਂ ਹੈਰਾਨ ਸੀ, ਹਜ਼ਾਰਾਂ ਬਾਲਕ ਮੇਰੇ ਇਹਨਾਂ ਹੱਥਾਂ ਵਿੱਚ ਜਨਮੇ ਹਨ। ਜਨਮ ਸਮੇਂ ਹਰ ਬਾਲਕ ਰੁਦਨ ਕਰਦਾ ਹੈ, ਜਨਮ ਦੀ ਪੀੜਾ ਬੜੀ ਭਿਆਨਕ ਹੁੰਦੀ ਹੈ। ਪਰ ਇੱਥੇ ਤਾਂ ਅਲੌਕਿਕ ਨਜ਼ਾਰਾ ਹੈ, ਨਾ ਮਾਤਾ ਨੂੰ ਕੋਈ ਦਰਦ ਹੋਈ ਹੈ ਤੇ ਨਾ ਇਸ ਬਾਲਕ ਨੂੰ ਕੋਈ ਪੀੜਾ ਵਿਆਪੀ ਹੈ। ਔਰ ਇਹ ਜਨਮ ਲੈਂਦੇ ਹੀ ਮੁਸਕਰਾ ਰਿਹਾ ਹੈ। ਦਾਈ ਦੌਲਤਾਂ ਅੱਜ ਹੈਰਾਨ ਸੀ, ਜਨਮ ਲੈਂਦਿਆਂ ਮੁਸਕਰਾ ਰਹੇ ਨੇ, ਜਿਵੇਂ ਇਹਨਾਂ ਨੂੰ ਜਨਮ ਦੀ ਪੀੜਾ ਹੀ ਨਹੀਂ ਵਿਆਪਦੀ। ਪਰ ਦਾਈ ਦੌਲਤਾਂ ਨੂੰ ਇਹ ਨਹੀਂ ਸੀ ਉਸ ਵੇਲੇ ਬੋਧ ਕਿ ਤਾਂ ਆਪਣੇ ਸੇਵਕਾਂ ਦੀ ਜਨਮ ਮਰਨ ਦੀ ਪੀੜਾ ਕੱਟਣ ਆਏ ਨੇ, ਇਹਨਾਂ ਨੂੰ ਕਿਵੇਂ ਕੋਈ ਪੀੜਾ ਵਿਆਪ ਸਕਦੀ ਹੈ। ਇਹ ਤਾਂ ਜਨਮ ਮਰਨ ਵਿੱਚ ਹੈ ਨਹੀਂ, ਇਹ ਤਾਂ ਲੀਲਾ ਹੈ, ਇਹ ਤਾਂ ਮਹਾਰਾਜ ਜੀ ਦਾ ਚੋਜ ਹੈ। ਨਨਕਾਣਾ ਸਾਹਿਬ ਦੀ ਧਰਤੀ ਤੇ ਅਵਤਰਤ ਹੋਏ। ਨਗਰ ਵਿੱਚ ਸਵੇਰੇ ਲੋ ਲੱਗੀ ਤੇ ਲੋਕ ਬੜੇ ਖੁਸ਼। ਇਹਨੂੰ ਬਾਰ ਦਾ ਇਲਾਕਾ ਕਹਿੰਦੇ, ਜਿਹੜਾ ਨਨਕਾਣਾ ਸਾਹਿਬ ਦਾ ਇਲਾਕਾ ਇਹਨਾਂ ਨੂੰ ਬਾਰ ਦਾ ਇਲਾਕਾ ਕਹਿੰਦੇ ਆ। ਜਿਵੇਂ ਮਾਝਾ ਹੈ, ਦੁਆਬਾ ਹੈ, ਮਾਲਵਾ ਹੈ, ਏਦਾਂ ਨਨਕਾਣਾ ਸਾਹਿਬ ਦੇ ਇਲਾਕੇ ਨੂੰ ਬਾਰ ਦਾ ਇਲਾਕਾ ਕਹਿੰਦੇ ਆ। ਪੰਜਾਬ ਦੀ ਧਰਤੀ ਦਾ ਸਭ ਤੋਂ ਸਿਰਮੌਰ ਇਲਾਕਾ ਬਾਰ ਦਾ ਇਲਾਕਾ ਕਿਹਾ ਜਾਂਦਾ ਸੀ। ਬਾਰ ਦੇਸ਼ ਸ਼ੁਭ ਦੇਸ਼ ਨਰੇਸ਼ੂ, ਜਿੰਨੇ ਦੇਸ਼ ਨੇ ਉਹਨਾਂ ਦੇਸ਼ਾਂ ਵਿੱਚੋਂ ਬਾਰ ਦੇਸ਼ ਸਾਰੇ ਦੇਸ਼ਾਂ ਦਾ ਰਾਜਾ ਹੈ। ਬਾਰ ਦੇ ਇਲਾਕੇ ਦੇ ਜਿੰਨੇ ਲੋਕ, ਜਦੋਂ ਆਹ ਵੇਲਾ ਹੋਇਆ ਨਾ ਜਿਹੜਾ ਹੁਣ ਹੈ, ਬਾਹਰ ਨਿਕਲੇ, ਆਪਸ ਵਿੱਚ ਮਿਲਦੇ ਤੇ ਬੜੇ ਖੁਸ਼ ਨੇ। ਸਾਰਿਆਂ ਦੇ ਚਿਹਰਿਆਂ ਤੇ ਖੇੜਾ ਹੈ, ਖੁਸ਼ੀਆਂ ਨੇ। ਜਿਵੇਂ ਅੱਜ ਸੰਗਤਾਂ ਦੇ ਚਿਹਰੇ ਤੇ ਖੇੜਾ ਨਾ, ਖੁਸ਼ੀਆਂ ਨੇ, ਏਦਾਂ ਹੀ ਖੁਸ਼ੀਆਂ। ਆਪਸ ਵਿੱਚ ਮਿਲਣ ਤੇ ਇੱਕ ਦੂਜੇ ਨੂੰ ਪੁੱਛਣ, ਬਈ ਅੱਜ ਬੜਾ ਖੁਸ਼ ਹੈ। ਉਹ ਕਹਿੰਦਾ, ਯਾਰ ਤੂੰ ਵੀ ਤਾਂ ਖੁਸ਼ ਜਾਪਦਾ। ਵੀ ਕਿਸ ਗੱਲ ਦੀ ਖੁਸ਼ੀ ਹੈ? ਉਹ ਕਹਿੰਦਾ, ਪਤਾ ਨਹੀਂ ਕਿਸ ਗੱਲ ਦੀ ਖੁਸ਼ੀ ਹੈ, ਜੋ ਉਦਾਂ ਹੀ ਖੁਸ਼ੀ ਉਮੜ ਉਮੜ ਕੇ ਬਾਹਰ ਆ ਰਹੀ ਹੈ। ਵਾਹਿਗੁਰੂ ਜੀ। ਉਹਨਾਂ ਲੋਕਾਂ ਨੂੰ ਹਾਲੇ ਨਹੀਂ ਸੀ ਪਤਾ ਕਿ ਦੁੱਖਾਂ ਨੂੰ ਨਿਵਾਰਨ ਵਾਲੇ ਖੁਸ਼ੀਆਂ ਦੇ ਦਾਤੇ ਨਨਕਾਣਾ ਸਾਹਿਬ ਦੀ ਧਰਤੀ ਤੇ ਅਵਤਰਤ ਹੋ ਗਏ ਹਨ। ਜਗਤ ਗੁਰੂ ਬਾਬਾ ਜੀ ਦਾ ਨਾਮਕਰਨ ਕੀਤਾ ਗਿਆ, ਨਾਂ ਰੱਖਿਆ ਗਿਆ ਨਾਨਕ। ਨਹੀਂ ਜਾਂਦੇ ਉਹ ਨਰਕਾਂ ਨੂੰ ਜਿਹੜੇ ਗੁਰੂ ਨਾਨਕ ਸਾਹਿਬ ਦਾ ਨਾਂ ਜਪਦੇ ਆ। ਨੱਕ ਨੱਕ ਨਾਮ ਨਰਕ ਦਾ ਹੈ। ਨਰਕਾਂ ਨੂੰ ਨਹੀਂ ਜਾਣਗੇ ਉਹ ਜਿਹੜੇ ਗੁਰੂ ਨਾਨਕ ਸਾਹਿਬ ਦਾ ਨਾਂ ਲੈਂਦੇ, ਰਸਨਾ ਤੋਂ ਕਹਿੰਦੇ ਧੰਨ ਗੁਰੂ ਨਾਨਕ। ਉਹ ਨਰਕਾਂ ਨੂੰ ਨਹੀਂ ਜਾਣਗੇ। ਨੰਨੇ ਨੂੰ ਜਿਹੜਾ ਕੰਨਾ ਲੱਗਾ ਨਾ, ਉਹਦੇ ਵਿੱਚ ਐੜਾ ਲੁਪਤ ਹੈ। ਵਿਆਕਰਨ ਦੇ ਮੁਤਾਬਕ ਸੰਧੀ ਛੇਦ ਕਰਕੇ ਐੜੇ ਨੂੰ ਨੰਨੇ ਤੋਂ ਪਹਿਲਾਂ ਲਾ ਦਿਓ ਤੇ ਬਣੇਗਾ ਅੰਨ। ਉਹੀ ਕੰਨਾ ਅੱਗੇ ਕੱਕੇ ਤੋਂ ਪਹਿਲਾਂ ਲਾ ਦਿਓ ਐੜਾ ਬਣਾ ਕੇ ਤੇ ਫਿਰ ਬਣੇਗਾ ਅੱਕ।
ਅਨ ਅੱਕ। ਅੱਕ ਦਾ ਮਤਲਬ ਹੁੰਦਾ ਦੁੱਖ, ਅਨ ਦਾ ਮਤਲਬ ਹੁੰਦਾ ਰਹਿਤ। ਜਿਹੜਾ ਸਾਰੇ ਦੁੱਖਾਂ ਤੋਂ ਰਹਿਤ ਹੈ ਉਹਨੂੰ ਕਹਿੰਦੇ ਆ ਨਾਨਕ। ਐਸੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਦਾ ਨਾਮਕਰਨ ਹੋਇਆ। ਬਚਪਨ ਦੇ ਅਨੇਕਾਂ ਚੋਜ ਮੇਰੇ ਜਗਤ ਗੁਰੂ ਪਾਤਸ਼ਾਹ ਨੇ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਤੇ ਕੀਤੇ। ਬਾਲ ਲੀਲਾ ਦੇ ਚੋਜ, ਕਦੇ ਮੱਝੀਆਂ ਚਾਰਨੀਆਂ, ਸੁੱਕੇ ਖੇਤਾਂ ਨੂੰ ਹਰਿਆਂ ਕਰਨਾ, ਸਰਪ ਨੇ ਆ ਕੇ ਛਾਂ ਕਰਨੀ, ਏਦਾਂ ਦੇ ਅਨੇਕਾਂ ਚੋਜ। ਇੱਕ ਵਾਰ 7-8 ਬਰਸ ਦੀ ਉਮਰ ਸੀ, ਗੁਰੂ ਨਾਨਕ ਪਾਤਸ਼ਾਹ ਦੀ। ਘਰ 'ਚ ਬੈਠੇ ਬੱਚੇ ਆਲੇ ਦੁਆਲੇ ਖੇਡ ਰਹੇ ਨੇ, ਪਰ ਸਤਿਗੁਰੂ ਜੀ ਦੇ ਹੱਥ ਵਿੱਚ ਇੱਕ ਪੁਸਤਕ ਹੈ। ਉਹ ਫੜ ਕੇ ਉਹਨੂੰ ਬੜੇ ਗੌਰ ਨਾਲ ਪੜ੍ਹ ਰਹੇ ਨੇ। ਪਿਤਾ ਜੀ ਘਰ ਆਏ। ਬੇਦੀਆਂ ਦਾ ਟੱਬਰ ਸੀ। ਬੇਦੀ ਦਾ ਮਤਲਬ ਜਿਹੜੇ ਵੇਦ ਸ਼ਾਸਤਰਾਂ ਨੂੰ ਪੜ੍ਹਨ ਵਾਲੇ, ਉਹਨਾਂ ਨੂੰ ਬੇਦੀ ਕਿਹਾ ਜਾਂਦਾ ਸੀ। ਤੇ ਬੇਦੀਆਂ ਦੀ ਕੁੱਲ ਦੇ ਭੂਸ਼ਣ ਨੇ ਗੁਰੂ ਨਾਨਕ ਸਾਹਿਬ। ਤਿੰਨ ਬੇਦੀਆਂ ਕੇ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ, ਕਲਗੀਧਰ ਦੇ ਬਚਨ ਨੇ। ਤਿੰਨ ਬੇਦੀਆਂ ਕੇ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਨ ਕੋ ਸੁਖ ਦਏ, ਜਹ ਤਹ ਭਏ ਸਹਾਏ। ਜਿਹੜੇ ਆਪਣੇ ਸਾਰਿਆਂ ਸਿੱਖਾਂ ਨੂੰ ਸੁਖ ਦੇਣ ਵਾਲੇ, ਹਰ ਜਗ੍ਹਾ ਤੇ ਆਪਣੇ ਸੇਵਕਾਂ ਦੇ ਸਹਾਈ ਹੋਣ ਵਾਲੇ। ਤਿੰਨ ਇਹ ਕਲਮੋ ਧਰਮ ਚਲਾਇਓ, ਸਭ ਸਾਧਨ ਕੋ ਰਾਹੋ ਬਤਾਇਓ, ਜੋ ਤਾਂ ਕੇ ਮਾਰਗ ਮੈਂ ਆਏ, ਤੇ ਕਬਹੂ ਨਹੀਂ ਪਾਪ ਸੰਤਾਏ। ਜਿਹੜੇ ਗੁਰੂ ਨਾਨਕ ਸਾਹਿਬ ਦੇ ਦੱਸੇ ਰਾਹ ਤੇ ਚੱਲਦੇ ਨੇ, ਉਹਨਾਂ ਨੂੰ ਪਾਪ ਨਹੀਂ ਸਤਾਉਂਦੇ। ਜੇ ਜੇ ਪੰਥ ਤਵਨ ਕੇ ਪਰੇ, ਪਾਪ ਤਾਪ ਤਿਨ ਕੇ ਪ੍ਰਭ ਹਰੇ। ਜਿਹੜੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਰਾਹ ਤੇ ਚੱਲਦੇ ਨੇ, ਉਹਨਾਂ ਦੇ ਤਾਪ ਪਾਪ ਸਾਰੇ ਹਰੇ ਜਾਂਦੇ, ਨਿਰਵਿਰਤ ਹੋ ਜਾਂਦੇ ਨੇ। ਹੱਥ ਵਿੱਚ ਪੋਥੀ ਫੜੀ ਹੋਈ, ਪੁਸਤਕ ਫੜੀ ਹੋਈ। ਪਿਤਾ ਜੀ ਆਏ, ਵੇਖ ਕੇ ਹੈਰਾਨ ਹੋਏ ਵੀ ਬਾਕੀ ਸਾਰੇ ਬੱਚੇ ਖੇਡ ਰਹੇ ਨੇ, ਨਾਨਕ ਨੇ ਹੱਥ ਵਿੱਚ ਕੋਈ ਪੁਸਤਕ ਫੜੀ ਹੋਈ ਵੀ, ਇਹ ਤਾਂ ਪੜ੍ਹਿਆ ਵੀ ਨਹੀਂ ਹਾਲੇ। ਤੇ ਪੁਸਤਕ ਨੂੰ ਏਦਾਂ ਵੇਖ ਰਹੇ ਨੇ ਜਿਵੇਂ ਪੜ੍ਹ ਰਹੇ ਹੋਣ। ਜਾ ਕੇ ਪੁੱਛਿਆ, ਬੇਟਾ ਇਹ ਕੀ ਫੜਿਆ ਹੋਇਆ? ਆਖਿਆ, ਪਿਤਾ ਜੀ ਤੁਹਾਨੂੰ ਨਹੀਂ ਪਤਾ, ਇਹ ਸਪਤ ਸ਼ਲੋਕੀ ਗੀਤਾ ਹੈ। ਸ਼ਬਦ ਸ਼ਲੋਕੀ ਗੀਤਾ, ਸ਼ਲੋਕ ਦੇ ਵਿੱਚੋਂ ਗੀਤਾ ਵਿੱਚੋਂ 7 ਸ਼ਲੋਕ ਜਿਹੜੇ ਮੁੱਖ ਨੇ, ਉਹਨਾਂ ਦੀ ਵਿਆਖਿਆ। ਪਿਤਾ ਜੀ ਹੈਰਾਨ ਹੋਏ, ਤਾਂ ਬੜੀ ਔਖੀ ਹੈ, ਸੰਸਕ੍ਰਿਤ ਵਿੱਚ ਲਿਖੀ ਹੋਈ ਹੈ। ਨਾਨਕ ਕੀ ਤੂੰ ਜਾਣਦਾ ਇਹਦੇ 'ਚ ਕੀ ਲਿਖਿਆ ਹੋਇਆ? ਕਹਿੰਦੇ ਹਾਂ ਪਿਤਾ ਜੀ ਜਾਣਦਾ ਹਾਂ। ਦੱਸੋ ਖਾਂ। ਸੋਚਿਆ ਵੀ ਸ਼ਾਇਦ ਬਾਲਕ ਹੈ, ਉਦਾਂ ਹੀ ਕਹਿੰਦਾ ਹੋਣਾ। ਪਰ ਗੁਰਦੇਵ ਨੇ ਇੱਕ ਇੱਕ ਸ਼ਲੋਕ ਪੜ੍ਹ ਕੇ ਜਦੋਂ ਦੇ ਅਰਥ ਕਰਕੇ ਪਿਤਾ ਜੀ ਨੂੰ ਸਰਵਣ ਕਰਾਏ, ਤੇ ਪਿਤਾ ਜੀ ਅਚਰਜ, ਹੈਰਾਨ। ਆਖਿਆ, ਪਾਂਧਾ ਸਾਚੀ ਕਹਿੰਦਾ ਸੀ ਵੀ ਇਹਨਾਂ ਤੋਂ ਕੋਈ ਵੱਧ ਪੜ੍ਹਿਆ ਹੀ ਇਹਨਾਂ ਨੂੰ ਪੜ੍ਹਾ ਸਕਦਾ, ਇਹ ਤਾਂ ਪੜ੍ਹੇ ਪੜ੍ਹਾਏ ਨੇ, ਇਹ ਤਾਂ ਪਹਿਲਾਂ ਹੀ ਪੜ੍ਹੇ ਪੜ੍ਹਾਏ ਨੇ। ਪਿਤਾ ਜੀ ਨੇ ਵੇਖਿਆ ਵੀ ਇਹ ਤਾਂ ਪਰਮੇਸ਼ਵਰ ਨੇ। ਮਹਾਰਾਜ ਜੀ ਨੇ ਫਿਰ ਮਾਇਆ ਦਾ ਪਰਦਾ ਪਾਇਆ, ਤੇ ਪਿਤਾ ਜੀ ਪਹਿਲਾਂ ਸੋਚ ਰਹੇ ਸੀ ਵੀ ਪਰਮੇਸ਼ਰ ਨੇ। ਕਹਿੰਦੇ ਨਾ ਨਾ, ਪਰਮੇਸ਼ਰ ਲੋਕਾਂ ਵਾਸਤੇ ਹੋਊ, ਮੇਰਾ ਤਾਂ ਪੁੱਤਰ ਹੈ। ਵਾਹਿਗੁਰੂ ਜੀ। ਕਿਉਂਕਿ ਪਿਤਾ ਜੀ ਨੇ ਕਈ ਜਨਮਾਂ 'ਚ ਭਗਤੀ ਕਰਕੇ ਮੰਗੀ ਸੀ, ਰੱਬਾ ਮੇਰੇ ਘਰ ਪੁੱਤਰ ਬਣ ਕੇ ਆਓ। ਤੇ ਪਰਮੇਸ਼ਰ ਨੇ ਵੀ ਕਿਹਾ, ਅਸੀਂ ਆਵਾਂਗੇ, ਦੁਨੀਆ ਭਵੇਂ ਪਛਾਣ ਲੈਗੀ ਸਾਰੀ ਵੀ ਅਸੀਂ ਰੱਬ ਹਾਂ, ਪਰ ਤੁਸੀਂ ਪੁੱਤਰ ਰੂਪ ਕਰਕੇ ਹੀ ਵੇਖੋਗੇ, ਕਿਉਂਕਿ ਤੁਸੀਂ ਮੰਗੀ ਹੈ। ਬਚਪਨ ਦੀਆਂ ਅਨੇਕਾਂ ਖੇਡਾਂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੀਆਂ ਪੰਡਤ ਹਰਦਿਆਲ ਨੂੰ
ਜਨੇਊ ਪਾਣ ਵੇਲੇ ਸਾਹਿਬ ਨੇ ਉਪਦੇਸ਼ ਦਿੱਤਾ। ਗੋਪਾਲ ਪਾਂਧੇ ਨੂੰ ਉਪਦੇਸ਼ ਦੇਂਦਿਆਂ ਕਿਹਾ, ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਲਾਹਾ, ਲਿਖ ਲਿਖ ਅੰਤ ਨਾ ਪਾਰਾ ਵਾਰ। ਇਹ ਉਪਦੇਸ਼ ਦੇ ਕੇ ਨਵਾਜਿਆ। ਮੌਲਵੀ ਕੋਲ ਪੜ੍ਹਨੇ ਪਾਇਆ ਤੇ ਮੌਲਵੀ ਨੂੰ ਉਪਦੇਸ਼ ਦੇਂਦਿਆਂ ਕਿਹਾ, ਯਾ ਕਰਜ ਗੁਫਤਮ ਪੇਸ ਤੋ ਦਰ ਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਰਦਗਾਰ। इतने कमाल दी फारसी उचारी के मौलवी भी हैरान सी। मम सर मुए जराइल गिरफ्ता दिल हेच ना दानी, दंग सी। 20 रुपये दिते जाके खरा सौदा करो ते बाकी खरा सौदा करके परतदे है। पिता जी दे मन च रंज सी। राय भोए राय बुलार, वो जानदा सी भी खुदा है। पिता जी नाल कई बेरी तकरारबाजी होनी ते कहना, पटवारिया नानक नू मेरे रब नू ना कुछ आखिया कर, जिन्ना पैसा खर्च दे रे खर्च लैण दिया कर, तू मेरे कोलों लै जाया कर, पर मेरे खुदा वाल उंगल ना करी। मैं सुनिया तू चपेड़ा मारिया ने। ये राय बुलार दी भावना सी। राय ते तरस करके राय दा पार उतारा कीता महाराज गुरु नानक पातशाह ने। वो किन्ना श्रद्धालु होवेगा जिन्हें तलवंडी दे इलाके दी सैकड़े एकड़ जमीन जगत गुरु बाबा गुरु नानक पातशाह के चरणों में अर्पण कर दी भी। ये सारी खेती मेरे सतगुरां दी है। अज ताई मरब्बियां दे मरब्बे जमीन जिन्नी भी ननकाना साहब दे आले दुआले है, वो जगत गुरु गुरु नानक पातशाह जी के नां ते है। मरब्बियां दे मरब्बे 24 किल्लियां दा एक मरब्बा हुंदा है। उथे इलाके विच जिन्ने भी वो जमीन वाहण वाले मुसलमान वीर ने, वो अज भी ये कहते हैं गुरु नानक साहब की जमीन है, असीं बान्हे ते खाने। राय ने वेख्या कि पिता जी मेहता कालू जी गुरु नानक साहब सच्चे पातशाह जी महाराज जी के उत्ते इतराज करते। सुल्तानपुर साहब नवाब दौलत खान नाल राय बुलार की मित्रता सी। सतगुरां नूं उत्थे भेजिया। उत्थे बेबे नानकी जी विआहे हुए भाईए जयराम नाल। सुल्तानपुर साहब आके गुरुदेव ने मोदी की कृत की। मोदी खाने च बह के मेरे साहब ने 13 तोलिया। दुकान खुली है, जिन्हों जो चाहिए लै जांदा है। कोई पैसे दे जाए ना दे जाए, जिसनों जो लोड़ है लै जांदा है। इहनूं मोदी खाना कहंदे। जिथे लोड़वंद लै जांदे है, लै भी जांदे है। जिहड़े लोड़वंद नहीं पैसे दिंदे है, वो पैसे दे के भी लै जाते हैं। जिहदे कोल नहीं वो बिना पैसों तो भी लै जाते। मोदी खाने का यह मतलब है। खैर, गरीबन नवाज साहब सच्चे पातशाह जी महाराज इत्थे गुरुदेव की शादी हुई। 2 साहिबजादियां दा जन्म होया। वेई नदी विच चुब्बा मारिया। ये चुब्बी इहो जी चुब्बी सी
कि चुब्बी 3 दिन तक रही। 3 दिनां ਦੀ ਇਸ ਚੁੱਭੀ ਤੋਂ ਬਾਹਰ ਜਦੋਂ ਪਾਤਸ਼ਾਹ ਆਉਂਦੇ ਹੈ, ਲੋਕ ਕਹਿ ਰਹੇ ਸਨ ਨਹੀਂ ਰਹੇ, ਰੁੜ ਗਏ ਨੇ, ਡੁੱਬ ਗਏ ਨੇ। ਬੇਬੇ ਨਾਨਕੀ ਕਹਿੰਦੀ ਐਸਾ ਨਹੀਂ ਹੋ ਸਕਦਾ, ਆਉਣਗੇ। ਇਹ 3 ਦਿਨਾਂ ਦੀ ਚੁੱਭੀ ਇਹੋ ਜਿਹੀ ਡੂੰਘੀ ਚੁੱਭੀ ਹੈ ਕਿ ਆਉਂਦਿਆਂ ਸਾਰ ਮਹਾਰਾਜ ਜੀ ਕਹਿੰਦੇ ਨਾ ਹਮ ਹਿੰਦੂ ਨਾ ਮੁਸਲਮਾਨ। ਮੋਦੀ ਖਾਨੇ ਨੂੰ ਤਾਲਾ ਲੱਗਾ, ਤੋੜ ਕੇ ਸਾਰਾ ਤਾਲਾ ਤੇ ਆਖਿਆ ਲੁੱਟ ਲੈ ਜਾਓ ਜੋ ਕੁਝ ਹੈ, ਲੁਟਾ ਦਿੱਤਾ। ਆਪ ਸ਼ਮਸ਼ਾਨ ਭੂਮੀ ਹੈ ਸੁਲਤਾਨਪੁਰ ਸਾਹਿਬ, ਉੱਥੇ ਆਣ ਕੇ ਬਹਿ ਗਏ। ਲੋਕ ਹੈਰਾਨ ਸਨ, ਕੀ ਹੋ ਗਿਆ ਇਹਨਾਂ ਨੂੰ, ਇਹ ਕਿੱਦਾਂ ਦੇ ਤੌਰ ਹੋ ਗਏ ਨੇ ਇਹਨਾਂ ਦੇ। ਇੱਥੇ ਮੌਲਵੀਆਂ ਨਾਲ, ਕਾਜ਼ੀਆਂ ਨਾਲ ਮਹਾਰਾਜ ਜੀ ਦੀ ਚਰਚਾ ਹੋਈ। ਸੱਚੀ ਨਮਾਜ਼ ਦੱਸੀ ਕਿਹੜੀ ਹੁੰਦੀ ਹੈ। ਦੌਲਤ ਖਾਂ ਵੀ ਸਾਹਿਬ ਦੇ ਚਰਨਾਂ ਦਾ ਸ਼ਰਧਾਲੂ ਹੋ ਗਿਆ। ਗਰੀਬ ਨਵਾਜ ਪਾਤਸ਼ਾਹ ਜੀ ਨੇ ਇੱਥੇ ਭਾਈ ਮਰਦਾਨਾ ਜੀ ਪਹੁੰਚੇ, ਭਾਈ ਪਹੁੰਚੇ, ਉਹਨਾਂ ਨੂੰ ਨਾਲ ਲਿਆ। ਰਬਾਬ ਪਹੁੰਚੀ, ਭਾਈ ਫਰੰਦਾ ਰਬਾਬ ਦੇ ਕੇ ਗਿਆ। ਔਰ ਗੁਰਦੇਵ ਨੇ ਤਿਆਰੀ ਕੀਤੀ, ਚੜਿਆ ਸੋਧਣ ਧਰਤ ਲੁਕਾਈ। ਜੀਵਾਂ ਦੇ ਭਲੇ ਵਾਸਤੇ ਸੁਲਤਾਨਪੁਰ ਸਾਹਿਬ ਤੋਂ ਆਪਣੇ ਜੀਵਨ ਦੀ ਪਹਿਲੀ ਉਦਾਸੀ ਦਾ ਮਤਲਬ ਯਾਤਰਾ ਪ੍ਰਾਰੰਭ ਕੀਤੀ। ਮਾਤਾ ਜੀ ਵੈਰਾਗ ਵਿੱਚ ਸਨ। ਬੇਬੇ ਨਾਨਕੀ ਨੇ ਆਖਿਆ ਵੀਰ ਜੀ, ਭਰਾ ਜੀ, ਮੈਨੂੰ ਹੁਣ ਆਪ ਦੇ ਦੀਦਾਰ ਕਦੋਂ ਹੋਣੇ ਨੇ। ਆਖਿਆ ਬੇਬੇ, ਵੱਡੀ ਭੈਣ ਨੂੰ ਬੇਬੇ ਕਹਿ ਕੇ ਬੁਲਾਇਆ ਕਰਦੇ। ਬੇਬੇ ਜੀ, ਜਦੋਂ ਚੇਤੇ ਕਰੋਗੇ, ਜਿੱਥੇ ਹੋਵਾਂਗੇ ਬਚਨ ਕਰਦੇ ਆ ਤੁਹਾਡੇ ਕੋਲ ਆ ਜਾਵਾਂਗੇ। ਜਦੋਂ ਵੀ ਅਸੀਂ ਕਿਤੇ ਵੀ ਹੋਈਏ ਤੁਹਾਡੇ ਕੋਲ ਹਾਜ਼ਰ ਹੋਵਾਂਗੇ, ਸਾਡਾ ਬਚਨ। ਇਹ ਕਹਿ ਕੇ ਗਰੀਬ ਨਵਾਜ ਪਾਤਸ਼ਾਹ ਦੇ ਹਿਰਦੇ 'ਚ ਕੋਈ ਮੋਹ ਤੇ ਮਮਤਾ ਦੀ ਵਿਰਤੀ ਨਹੀਂ ਕਿ 2 ਪੁੱਤਰ ਨੇ ਸਾਹਮਣੇ। ਮਹਾਤਮਾ ਬੁੱਧ ਨੇ ਜਦੋਂ ਆਪਣਾ ਘਰ ਛੱਡਿਆ ਤੇ ਰਾਤ ਦੇ ਹਨੇਰੇ ਵਿੱਚ ਕੰਧ ਟੱਪ ਕੇ ਗਏ ਸਨ ਵੀ ਕਿਤੇ ਮੈਨੂੰ ਕੋਈ ਰੋਕ ਨਾ ਲਵੇ, ਕਿਤੇ ਕਿਸੇ ਦੇ ਮੋਹ ਵਸ ਹੋ ਕੇ ਮੈਂ ਆਪਣਾ ਇਹ ਉਦਾਸੀਨਤਾ ਦਾ ਭੇਖ ਲਾ ਨਾ ਦੇਵਾਂ। ਦਿਨ ਦੇ ਚਾਨਣੇ 'ਚ ਜਗਤ ਗੁਰੂ ਬਾਬਾ ਜੀ ਸਭ ਕੁਝ ਛੱਡ ਕੇ, ਮੋਦੀ ਖਾਨਾ ਲੁਟਾ ਕੇ, ਮੋਹ ਮਮਤਾ ਦੀ ਬਿਰਤੀ ਦਾ ਤਿਆਗ ਕਰਕੇ ਸਾਰੇ ਜਗਤ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਸਭ ਨੂੰ ਆਪਣਾ ਪਰਿਵਾਰ ਬਣਾਉਣ ਲਈ ਟੁਰ ਪਏ। ਕਿਉਂਕਿ ਇਹ 2 ਸਾਹਿਬਜ਼ਾਦੇ, ਮਾਤਾ ਜੀ, ਬੇਬੇ ਨਾਨਕੀ, ਇਹੀ ਗੁਰੂ ਨਾਨਕ ਦਾ ਪਰਿਵਾਰ ਨਹੀਂ ਹੈ। ਗੁਰੂ ਨਾਨਕ ਸਾਹਿਬ ਦਾ ਪਰਿਵਾਰ, ਇਹ ਸਾਰਾ ਵਿਸ਼ਵ, ਸਾਰਾ ਸੰਸਾਰ ਗੁਰੂ ਨਾਨਕ ਸਾਹਿਬ ਦਾ ਪਰਿਵਾਰ ਹੈ। ਉਹਨੂੰ ਆਪਣੇ ਕਲਾਵੇ 'ਚ ਲੈਣਾ ਸੀ। ਬੜੇ ਬੜੇ ਸਾਧਕ ਬੈਠੇ ਉਡੀਕਦੇ ਸਨ, ਸਾਡੀ ਸਾਧਨਾ ਨੂੰ ਬੂਰ ਲੱਗੇ, ਸਾਡੇ ਤਪ ਦਾ ਸਾਨੂੰ ਫਲ ਪ੍ਰਾਪਤ ਹੋਵੇ। ਉਹਨਾਂ ਦੇ ਸਾਧਨਾ ਨੂੰ, ਉਹਨਾਂ ਦੇ ਤਪ ਨੂੰ ਮਹਾਰਾਜ ਜੀ ਨੇ ਜਾ ਕੇ ਭਾਗ ਲਾਉਣੇ ਸਨ। ਬੜੇ ਬੜੇ ਸਰਾਪੇ ਹੋਏ ਕੌਡੇ ਰਾਖਸ਼ ਵਰਗੇ, ਉਹਨਾਂ ਨੂੰ ਸਰਾਪਾਂ ਤੋਂ ਮੁਕਤ ਕਰਨਾ ਸੀ। ਚੱਲ ਪਏ, ਕੁਰਕਸ਼ੇਤਰ ਆਏ, ਹਰਿਦੁਆਰ ਆਏ। ਏਡੀ ਲੰਮੀ ਯਾਤਰਾ ਪ੍ਰਾਰੰਭ ਕੀਤੀ। ਪਟਨਾ ਸਾਹਿਬ ਤੋਂ ਪਰੇ ਤੱਕ, ਆਸਾਮ ਤੱਕ, ਕਾਮਰੂਪ ਦੇਸ਼ ਤੱਕ, ਜਗਤ ਗੁਰੂ ਗੁਰੂ ਨਾਨਕ ਸਾਹਿਬ ਉਹ ਨੇਪਾਲ ਦੇ ਪਰੇ ਤੱਕ, ਕਾਠਮੰਡੂ ਤੱਕ। ਇਹ ਤਾਂ ਹੁਣ ਸਾਡੀ ਗਮਤਾ ਹੋਈ ਹੈ,
ਹਾਲੇ ਵੀ ਪਤਾ ਨਹੀਂ ਕਿੰਨੀਆਂ ਕੁ ਧਰਤੀਆਂ ਉਸ ਤੋਂ ਪਰੇ ਤੱਕ ਜਿੱਥੇ ਜਗਤ ਗੁਰੂ ਬਾਬਾ ਜੀ ਨੇ ਚਰਨ ਪਾ ਕੇ ਜੀਵਾਂ ਦਾ ਉਧਾਰ ਕੀਤਾ। ਉੱਥੋਂ ਜਗਨਨਾਥਪੁਰੀ ਤੱਕ ਸਮੁੰਦਰ ਦੇ ਕਿਨਾਰੇ ਅਨੇਕਾਂ ਜੀਵਾਂ ਦੀ ਕਲਿਆਣ ਕੀਤੀ। ਵੱਡੇ ਵੱਡੇ ਸਿੱਧ ਜਿਹੜੇ ਹੰਕਾਰ ਦੇ ਨਸ਼ੇ ਵਿੱਚ ਮਸਤ ਸਨ, ਜਦੋਂ ਨਾਨਕ ਮਤਾ ਸਾਹਿਬ ਆਏ ਨਾ ਮਹਾਰਾਜ ਯੂਪੀ ਵਿੱਚ, ਇਹ ਜਗ੍ਹਾ ਦਾ ਨਾਂ ਸੀ ਗੋਰਖ ਮਤਾ। ਸਿੱਧ ਆ ਕੇ ਬੜੀ ਚਲਾਕੀ ਨਾਲ ਬਹਿੰਦੇ ਮਹਾਰਾਜ ਜੀ ਨਾਲ ਚਰਚਾ ਹੋਈ, ਕਰਾਮਾਤਾਂ ਆਜ਼ਮਤਾਂ ਵਿਖਾਈਆਂ, ਪਰ ਜਿੱਤ ਨਾ ਸਕੇ। ਅਖੀਰ ਨੂੰ ਫੈਸਲਾ ਹੋਇਆ ਵੀ ਇਹ ਧਰਤੀ ਬੋਲ ਕੇ ਜਿਹਦੇ ਬਾਰੇ ਕਹੇਗੀ ਨਾ, ਇਹ ਉਸੇ ਦੀ ਹੈ। ਪਾਤਸ਼ਾਹ ਜੀ ਮਹਾਰਾਜ ਜੀ ਅਡੋਲ ਬੈਠੇ, ਕਹਿੰਦੇ ਭਾਈ ਏਦਾਂ ਵੇਖ ਲੋ। ਸਿੱਧਾ ਨੇ ਇੱਕ ਛੋਟਾ ਜਿਹਾ ਬੱਚਾ ਨਾ ਥੱਲੇ ਜ਼ਮੀਨ ਦੇ ਵਿੱਚ ਟੋਆ ਜਿਹਾ ਪੁੱਟ ਕੇ ਰਾਤ ਨੂੰ ਗੱਡ ਦਿੱਤਾ ਵੀ ਜਦੋਂ ਉੱਤੋਂ ਆਵਾਜ਼ ਮਾਰਾਂਗੇ ਥੱਲਿਓਂ ਬੋਲ ਕੇ ਆਖੀ ਮੈਂ ਗੋਰਖ। ਅਸੀਂ ਪੁੱਛਾਂਗੇ ਧਰਤੀ ਕਿਹਦੀ ਹੈ ਤਾਂ ਤੂੰ ਕਹੀਂ ਗੋਰਖਨਾਥ ਦੀ। ਇਹਨਾਂ ਚਲਾਕੀ ਕੀਤੀ, ਪਰ ਚਾਕੀਆਂ ਸਤਿਗੁਰਾਂ ਨਾਲ ਨਹੀਂ ਚੱਲਦੀਆਂ ਗੁਰੂ ਖਾਲਸਾ ਜੀ। ਦੋ ਵਾਰੀ ਬੋਲਿਆ ਉਹ ਬੱਚਾ, ਜਦੋਂ ਪੁੱਛਿਆ ਨਾ ਕਿਹਦੀ ਹੈ, ਕਹਿਣ ਲੱਗਾ ਮੈਂ ਗੋਰਖਨਾਥ ਦੀ। ਤੀਜੀ ਵਾਰ ਬੋਲਣ ਲੱਗਾ, ਪਾਤਸ਼ਾਹ ਕਹਿੰਦੇ ਹਾਲੇ ਬੋਲਣ ਯੋਗ ਹੈ? ਪਤਾ ਨਹੀਂ ਅੰਦਰੋਂ ਹੀ ਕਿਤੋਂ ਨਾਗ ਆਇਆ, ਸਰਪ ਆਇਆ, ਡਸਿਆ ਤੇ ਉਹਦੀ ਮੌਤ ਹੋ ਗਈ। ਬੋਲਿਆ ਨਹੀਂ ਤੀਜੀ ਵਾਰ। ਫਿਰ ਪੁੱਛਿਆ ਹੇ ਧਰਤੀ ਦੱਸ ਕਿਸ ਦੀ ਹੈ? ਤੇ ਧਰਤੀ ਬੋਲ ਕੇ ਕਹਿੰਦੀ ਆ ਮੈਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਹਾਂ। ਇਹ ਧਰਤੀ ਗੁਰੂ ਨਾਨਕ ਸਾਹਿਬ ਦੀ। ਇਸ ਧਰਤੀ ਦਾ ਭਾਰ ਥੰਮਣ ਵਾਸਤੇ ਤਾਂ ਗੁਰੂ ਨਾਨਕ ਪਾਤਸ਼ਾਹ ਆਏ ਨੇ, ਨਹੀਂ ਤਾਂ ਗਰਕ ਹੋ ਰਹੀ ਸੀ। ਕਲਮਲ ਹੋਈ ਮੇਦ ਨਹੀਂ ਅਰਦਾਸ ਕਰੈ ਲਿਵਲਾਏ, ਇਹ ਤਾਂ ਬੇਨਤੀਆਂ ਕਰਦੀ ਸੀ। ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਧਰਤੀ ਦੀ ਪੁਕਾਰ ਸੁਣ ਕੇ ਤਾਂ ਗੁਰੂ ਨਾਨਕ ਪਾਤਸ਼ਾਹ ਆਏ ਨੇ ਮਾਤ ਲੋਕ ਦੀ ਧਰਤੀ ਤੇ। ਇਹ ਮੇਰੇ ਸਾਹਿਬ ਦੇ ਪ੍ਰਤੱਖ ਚੋਜ ਅੱਜ ਵੀ ਉੱਥੇ ਉਹ ਇਤਿਹਾਸਕ ਸਥਾਨ ਹੈ ਗੁਰਦੁਆਰਾ ਨਾਨਕ ਮਤਾ ਸਾਹਿਬ। ਕੌੜੇ ਰੀਠਿਆਂ ਨੂੰ ਮਿੱਠਾ ਕਰਦੇ ਨੇ ਜਗਤ ਗੁਰੂ ਬਾਬਾ ਜੀ। ਵੰਡ ਛਕਣ ਦਾ ਸਿਧਾਂਤ ਬਖਸ਼ਦੇ ਨੇ ਤੇ ਰੀਠਾ ਸਾਹਿਬ ਇੱਕ ਚੋਜ ਵਰਤਿਆ। ਸਿੱਧਾਂ ਨੇ ਮਹਾਰਾਜ ਜੀ ਨੂੰ ਇੱਕ ਤਿਲ ਭੇਟ ਕੀਤਾ। ਤਿਲ ਭੇਟ ਕਰਕੇ ਕਹਿਣ ਲੱਗੇ ਜੀ ਤੁਸੀਂ ਕਹਿੰਦੇ ਹੋ ਵੰਡ ਕੇ ਛਕੋ ਤੇ ਆਹ ਵੰਡੋ ਫਿਰ ਹੁਣ ਸਾਰਿਆਂ ਵਿੱਚ। ਕਈ ਸਿੱਧ ਸਨ। ਪਾਤਸ਼ਾਹ ਕਹਿੰਦੇ ਨੀਅਤ ਹੋਣੀ ਚਾਹੀਦੀ ਹੈ ਵੰਡ ਕੇ ਛਕਣ ਦੀ। ਭਾਈ ਮਰਦਾਨਾ ਜੀ ਸਲੋਤਰ ਸੁਨਹਿਰਾ ਲਓ ਤੇ ਆ ਜਿਹੜਾ ਤੇਲਾ ਉਹਦੇ ਚ ਪਾ ਕੇ ਪਾਣੀ ਪਾ ਕੇ ਜਲ ਪਾ ਕੇ ਰਗੜ ਲਓ। ਨਿਗਾਹ ਜਾ ਤਿਲ ਕਿੰਨਾ ਕੁ ਹੁੰਦਾ? ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਸਲੋਤਰ ਸੁਨਹਿਰਾ ਲਿਆ, ਰਗੜਾ ਲਾਇਆ, ਜਲ ਪਾ ਕੇ ਉਹ ਜਿੰਨਾ ਵੀ ਸੀ ਤਿਲ ਵਿੱਚ ਹੀ ਘੋਲ ਕੇ ਕਹਿੰਦੇ ਲਓ ਵੀ ਸਾਰੇ ਛਕੋ। ਇਹ ਵੰਡ ਛਕਣ ਦੀ ਬਿਰਤੀ। ਧਰਮ ਦੀ ਕਿਰਤ ਕਰਨਾ, ਨਾਮ ਜਪਣਾ ਤੇ ਵੰਡ ਛਕਣਾ, ਇਹ ਤਿੰਨ ਸਿਧਾਂਤ ਜਗਤ ਗੁਰੂ ਬਾਬਾ ਜੀ ਨੇ ਸੰਸਾਰ ਦੇ ਲੋਕਾਂ ਨੂੰ ਨਹੀਂ, ਕੇਵਲ ਸਿੱਖਾਂ ਨੂੰ ਨਹੀਂ, ਸਾਰੇ ਸੰਸਾਰ ਦੇ ਲੋਕਾਂ ਨੂੰ ਬਖਸ਼ੇ। ਔਰ ਇਹੋ ਜਿਹਾ ਸਿੱਧਾ ਸਿਧਾਂਤ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਤ੍ਰੈ ਸੂਤਰੀ ਪ੍ਰੋਗਰਾਮ ਜਿਹੜਾ ਲੋਕਾਂ ਨੂੰ, ਸਮਾਜ ਨੂੰ ਦਿੱਤਾ ਹੈ, ਇਹਦੇ ਨਾਲ ਸੰਸਾਰ ਦੇ ਲੋਕਾਂ ਦਾ ਉਥਾਨ ਹੁੰਦਾ। ਜਦੋਂ ਵੰਡ ਛਕਣ ਦੀ ਬਿਰਤੀ ਹੁੰਦੀ ਹੈ ਤਾਂ ਉਦੋਂ ਗਰੀਬ ਲਤਾੜੇ ਹੋਏ ਵੀ ਬਰਾਬਰ ਦੇ ਹੋ ਜਾਂਦੇ ਆ। ਜਦੋਂ ਵੰਡ ਛਕਣ ਦੀ ਬਿਰਤੀ ਨਹੀਂ ਹੁੰਦੀ ਉਦੋਂ ਗਰੀਬਾਂ ਦੇ ਗਲ ਵੱਢ ਕੇ ਮਲਕ ਭਾਗੋ ਵਰਗੇ ਆਪਣੇ ਘਰ ਭਰ ਲੈਂਦੇ ਆ। ਵੰਡ ਛਕਣ ਦੀ ਬਿਰਤੀ ਨਹੀਂ ਹੁੰਦੀ ਤਾਂ ਉਸ ਵੇਲੇ ਸਮੇਂ ਦੀਆਂ ਸਰਕਾਰਾਂ ਵੀ ਕੇਵਲ ਚੁਣਿੰਦਾ ਕੁਝ ਪਰਿਵਾਰਾਂ ਨੂੰ ਇਸ ਹੋੜ ਵਿੱਚ ਵੀ ਇਹ ਸਭ ਤੋਂ ਉੱਚੇ ਤੇ ਸ੍ਰੇਸ਼ਟ ਹੋ ਜਾਣ, ਧਨ ਕਰਕੇ ਅਮੀਰ ਹੋ ਜਾਣ, ਉਦੋਂ ਭਾਵੇਂ ਹਜ਼ਾਰਾਂ ਲੋਕਾਂ ਦੀਆਂ ਬਲੀਆਂ ਦੇਣੀਆਂ ਪੈ ਜਾਣ ਤੋਂ ਦੇ ਦਿੰਦੇ ਆ, ਜਦੋਂ ਵੰਡ ਛਕਣ ਦੀ ਬਿਰਤੀ ਨਹੀਂ ਹੁੰਦੀ। ਧਰਮ ਦੀ ਕਿਰਤ ਕਰਨ ਦੇ ਵਿੱਚ ਦੁਨੀਆ ਦੀਆਂ ਸਾਰੀਆਂ ਭ੍ਰਸ਼ਟਾਚਾਰ ਦੀਆਂ ਬਿਰਤੀਆਂ ਖਤਮ ਹੋ ਜਾਂਦੀਆਂ ਹਨ।
ਤੇ ਨਾਮ ਜਪਣ ਨਾਲ ਹਿਰਦੇ ਨੂੰ ਸ਼ਾਂਤੀ ਤੇ ਟਿਕਾ ਪ੍ਰਾਪਤ ਹੋ ਜਾਂਦਾ ਹੈ। ਇਹ ਤਿੰਨ ਸਿਧਾਂਤ ਜਗਤ ਗੁਰੂ ਬਾਬਾ ਜੀ ਨੇ ਵਿਚਰ ਕੇ ਦਿੱਤੇ। ਮੱਕੇ ਤੱਕ ਮਹਾਰਾਜ ਸੱਚੇ ਪਾਤਸ਼ਾਹ ਨੇ ਚਰਨ ਪਾਏ, ਗੜ ਬਗਦਾਦ ਨਿਵਾਇਆ, ਉਹ ਵੀ ਮਹਾਰਾਜ ਜੀ ਨੇ ਨਿਭਾ ਲਿਆ। ਉਹਨਾਂ ਵੀ ਆਖਿਆ ਇਹ ਗੁਰੂ ਨਾਨਕ ਸਾਹਿਬ ਸਾਡੇ ਪੀਰ ਨੇ, ਪੀਰ। ਉਹਨਾਂ ਵੀ ਆਖਿਆ ਇਹ ਪੀਰ ਨੇ। ਜਦੋਂ ਪੰਡਤ ਜੀ ਨੇ ਨਾਂ ਰੱਖਿਆ ਨਾ ਨਾਨਕ, ਤੇ ਪਿਤਾ ਜੀ ਕਹਿੰਦੇ ਕਿਹੋ ਜਿਹਾ ਮਿਲਿਆ ਜੁਲਿਆ ਨਾਂ, ਹਿੰਦੂਆਂ ਵਰਗਾ ਲੱਗਦਾ ਨਾ ਮੁਸਲਮਾਨਾਂ ਵਰਗਾ। ਤੇ ਪੰਡਤ ਹਰਦਿਆਲ ਨੇ ਕਿਹਾ ਸੀ, ਬੇਦੀ ਜੀ, ਪਟਵਾਰੀ ਸਾਹਿਬ, ਸ਼੍ਰੀ ਰਾਮ ਜੀ ਨੂੰ ਕੇਵਲ ਹਿੰਦੂਆਂ ਪੂਜਿਆ, ਭਗਵਾਨ ਕ੍ਰਿਸ਼ਨ ਜੀ ਨੂੰ ਕੇਵਲ ਹਿੰਦੂਆਂ ਪੂਜਿਆ, ਹਜ਼ਰਤ ਮੁਹੰਮਦ ਸਾਹਿਬ ਈਸਾ ਮੂਸਾ ਨੂੰ ਕੇਵਲ ਮੁਸਲਮਾਨਾਂ ਨੇ ਆਰਾਧਿਆ, ਉਹਨਾਂ ਨੇ ਪੈਗੰਬਰ ਮੰਨਿਆ, ਪਰ ਇਹਨਾਂ ਨੂੰ ਹਿੰਦੂ ਤੇ ਮੁਸਲਮਾਨ ਦੋਵੇਂ ਹੀ ਪੂਜਣਗੇ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਨੇ ਇਹ ਆਪ ਨਾਰਾਇਣ ਹਨ, ਆਪ ਅਕਾਲ ਪੁਰਖਾਂ ਨੇ ਇਸ ਮਾਤ ਲੋਕ ਦੀ ਧਰਤੀ ਤੇ ਅਵਤਰਤ ਹੋਏ ਨੇ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਜਿੱਥੇ ਜਿੱਥੇ ਪਖੰਡ ਸੀ, ਉਸ ਪਖੰਡ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਜਾ ਕੇ ਖੰਡਿਆ। ਐਸੇ ਦੀਨ ਦਿਆਲ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਪਾਵਨ ਪ੍ਰਕਾਸ਼ ਪੁਰਬ ਦੀਆਂ ਸਮੂਹ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ। ਮਿੱਟੀ ਧੁੰਦ ਜਗ ਚਾਨਣ ਹੋਆ, ਮਿੱਟੀ ਧੁੰਦ ਜਗ ਚਾਨਣ ਹੋਆ, ਮਿੱਟੀ ਧੁੰਦ ਜਗ ਚਾਨਣ ਹੋਆ, ਮਿੱਟੀ ਧੁੰਦ ਜਗ ਚਾਨਣ ਹੋਆ। ਧੰਨ ਗੁਰੂ ਨਾਨਕ ਸਾਹਿਬ ਜਿਹੜੇ ਇਸ ਜਗਤ ਵਿੱਚ ਸੂਰਜ ਵਾਂਗੂ ਪ੍ਰਕਾਸ਼ਿਤ ਹੋਏ, ਅੰਧਕਾਰ ਤੇ ਅਗਿਆਨਤਾ ਦੀ ਧੁੰਦ ਨੂੰ, ਹਨੇਰੇ ਨੂੰ, ਪਖੰਡੀਆਂ ਰੂਪੀ ਤਾਰਿਆਂ ਨੂੰ ਗੁਰਦੇਵ ਨੇ ਦੂਰ ਕੀਤਾ। ਸੱਚ ਦਾ ਮਾਰਗ, ਸੱਚ ਦਾ ਰਾਹ ਸੰਸਾਰ ਦੇ ਜੀਵਾਂ ਨੂੰ ਦੱਸਿਆ। ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਓ, ਸਾਡੇ ਸਾਰਿਆਂ ਤੇ ਆਪਣੀ ਕਿਰਪਾ ਕਰੋ ਮਹਾਰਾਜ। ਸਾਰੇ ਸੰਸਾਰ ਤੇ ਆਪਣੀ ਕਿਰਪਾ ਕਰੋ ਮਹਾਰਾਜ। ਬਲਦੇ ਸੜਦੇ ਲੋਕਾਂ ਨੂੰ, ਇਹ ਸੜਦੇ ਬਲਦੇ ਜਗਤ ਨੂੰ ਆਪਣੀ ਕਿਰਪਾ ਕਰਕੇ ਮਹਾਰਾਜ ਉਭਾਰ ਲਵੋ। ਸਾਡੇ ਹਿਰਦਿਆਂ ਚੋਂ ਦੁਈ ਦਵੈਸ਼ ਦੀ ਬਿਰਤੀ ਬਿਨਸ ਜਾਏ। ਸਾਡਾ ਕਲਾਵਾ ਇੰਨਾ ਵਿਸ਼ਾਲ ਕਰ ਦਿਓ ਮਹਾਰਾਜ ਕਿ ਆਪਸੀ ਸੁਹਿਰਦ ਭਾਵ, ਏਕਤਾ ਦਾ ਭਾਵ ਸਾਡੇ ਸਾਰਿਆਂ ਵਿੱਚ ਬਣ ਆਵੇ।